वाहिगुरू जी का खालसा वाहिगुरू जी की फतेह। मैं सुरिंदरपाल सिंह। श्री गुरु नानक देव जी के 500 साला प्रकाश दिहाड़े ते जिहड़ा श्री गुरु नानक देव जी थर्म प्लांट बठिंडा बनाया गया। इस थर्म प्लांट ने मालवे की जिहड़ी तकदीर बदली, जिस करके अनेकों लोगों को जिथे रोज़गार मिलिया उत्थे घर घर रोशनी पहुँची। तो हुण जदों 550 साला गुरु नानक साहब का आउंदा ते सरकारां ਜਿਹੜੀਆਂ ਕਹਿੰਦੀਆਂ भी ਅਸੀਂ ਲੋਕਾਂ ਨੂੰ सहूलतां देनियां ਉਹਨਾਂ ਵੱਲੋਂ ਇਹ ਜਿਹੜਾ ਥਰਮ ਪਲਾਂਟ है गुरु के नाम ਤੇ ਜਿਹੜਾ ਪਲਾਂਟ है वो बंद कर ਦਿੱਤਾ ਜਾਂਦਾ है। ਇਹਦੇ ਕੀ ਕਾਰਨ ਇਹ ਬੰਦ ਹੋਣ ਦੇ ਤੇ ਇਹਦਾ ਹੁਣ ਨੁਕਸਾਨ ਕੀ ਹੋਣਾ ਮਾਲਵੇ ਨੂੰ ਤੇ ਸ਼ਹਿਰ ਵਾਸੀ ਬਠਿੰਡਾ ਵਾਸੀਆਂ ਨੂੰ, ਤੇ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ। ਪ੍ਰਧਾਨ ਨੇ जो श्री गुरु नानक देव जी इंपलाइज फैडरेशन बनी है, उन्होंने गुरसेख सिंह संधू प्रधान ने, उन्होंने स्वागत करते हैं। फिर उन्होंने तो अगलियां गल्लां बातां पुछदे हैं। प्रधान जी स्वागत है तुहाडी। सत श्री अकाल जी। बहुत बहुत शुक्रिया जी, धन्यवाद तुहाडा जिन्हां ने तुसीं मतलब मैनूं मौका दिता अपने चैनल के उत्ते भी अपनी जिहड़ी गल है मैं लोगों के सामने सच्चाई रखां। अच्छा प्रधान जी, सब तो पहला सवाल मेरा ये है भी जो ये थर्म प्लांट बनता है तो शहर वासियों तो आसे पासे लोगों को की फायदा होया इहदा? ਇਹਦਾ ਜੀ ਜਦੋਂ ਮਤਲਬ ਨਵੰਬਰ 1969 ਦੇ ਵਿੱਚ ਇਹਦਾ ਨਿਊ ਪੱਥਰ ਰੱਖਿਆ ਸੀਗਾ ਤਾਂ ਲੋਕਾਂ ਨੇ ਬੜੀ ਖੁਸ਼ੀ ਦੇ ਨਾਲ ਬੜੇ ਚਾਅ ਦੇ ਨਾਲ ਜਿਹੜੀ ਹੈ 22-2300 ਏਕੜ ਜ਼ਮੀਨ ਜਿਹੜੀ ਹੈ ਲੋਕਾਂ ਨੇ ਬੜੇ ਸਸਤੇ ਭਾਅ ਦੇ ਉੱਤੇ ਗੌਰਮੈਂਟ ਨੂੰ ਦਿੱਤੀ, ਕਿਉਂਕਿ ਮਾਲਵੇ ਦੇ ਵਿੱਚ ਇਹ ਮਾਲਵੇ ਦੇ ਵਿੱਚ ਨਹੀਂ, ਇਹ ਪੰਜਾਬ ਦੇ ਵਿੱਚ ਇੱਕ ਪਲੇਠਾ ਥਰਮਲ ਪਲਾਂਟ ਸੀਗਾ ਜਿਹਨੇ ਮਤਲਬ ਇਸ ਤੋਂ ਪਹਿਲਾਂ ਜਿਹੜੀ ਹੈ ਸਾਡੀ ਭਾਖੜਾ ਡੈਮ ਤੋਂ ਜਾਂ ਅਸੀਂ ਹੋਰ ਕਿਤੋਂ ਬਿਜਲੀ ਜਿਹੜੀ ਹੈ ਉਪਲਬਧ ਕਰਦੇ ਸੀਗੇ ਤੇ ਲੋਕਾਂ ਨੂੰ ਦਿੰਦੇ ਸੀ ਤੇ ਬਹੁਤ ਘੱਟ ਬਿਜਲੀ ਜਿਹੜੀ ਹੈ ਲੋਕਾਂ ਨੂੰ ਮਿਲਦੀ ਸੀਗੀ। ਤੇ ਇਹ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਜਦੋਂ ਇਹ ਹੋਂਦ ਦੇ ਵਿੱਚ ਆਇਆ ਤੇ 1970-71 ਤੱਕ ਅਸੀਂ ਸਾਰੇ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਹੈ ਘਰ ਘਰ ਜਿਹੜੀ ਆ ਪਹੁੰਚਦੀ ਕਰਤੀ ਸੀ। ਇਹਦੇ ਥਰਮਲ ਪਲਾਂਟ ਲੱਗਣ ਦੇ ਨਾਲ ਜਿੱਥੇ ਬਠਿੰਡਾ ਸ਼ਹਿਰ ਦੀ ਸੁੰਦਰਤਾ ਜਿਹੜੀ ਆ ਵਧੀ, ਜਿੱਥੇ ਬਠਿੰਡਾ ਸ਼ਹਿਰ ਦਾ ਵਿਕਾਸ ਹੋਇਆ, ਜਿੱਥੇ ਬਠਿੰਡਾ ਸ਼ਹਿਰ ਦੇ ਵਿੱਚ ਬਹੁਤ ਵੱਡੀਆਂ ਤੇ ਛੋਟੀਆਂ ਜਿਹੜੀਆਂ ਸਨਅਤਾਂ ਇੱਥੇ ਆਈਆਂ, ਇੱਥੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਇੱਥੋਂ ਤੱਕ ਕਿ ਸਾਡੇ ਗੁਆਂਢੀ ਦੇਸ਼ ਨੇਪਾਲ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਰੁਜ਼ਗਾਰ ਦੀ ਭਾਲ ਵਿੱਚ ਆਏ ਔਰ ਇੱਥੇ ਉਹ ਸੈਟਲ ਹੋਏ। ਤੇ ਇਸ ਦੇ ਨਾਲ ਹੀ ਮਾਲਵਾ ਖਿੱਤੇ ਦੇ ਵਿੱਚ ਵੀ ਜਿੱਥੇ ਬਾਰ-ਬਾਰ ਉੱਡਦੀ ਸੀਗੀ ਔਰ ਬਹੁਤ ਵੱਡੇ ਟਿੱਬੇ ਸੀਗੇ ਇੱਥੇ ਤੇ ਚੰਗੀ ਤਰ੍ਹਾਂ ਫਸਲਾਂ ਨਹੀਂ ਹੁੰਦੀਆਂ ਸੀਗੀਆਂ। ਜਦੋਂ ਇਹ ਥਰਮਲ ਪਲਾਂਟ ਬਣ ਕੇ ਤੇ ਬਿਜਲੀ ਪੈਦਾ ਕਰਨ ਲੱਗ ਗਿਆ ਤਾਂ ਲੋਕਾਂ ਨੇ ਮਤਲਬ ਜਿਹੜੇ ਆ ਬਿਜਲੀ ਦੇ ਕਨੈਕਸ਼ਨ ਅਪਲਾਈ ਕੀਤੇ, ਲੋਕਾਂ ਨੂੰ ਮੋਟਰਾਂ ਦੇ ਕਨੈਕਸ਼ਨ ਮਿਲੇ, ਟਿਊਬਵੈੱਲ ਲੱਗੇ ਔਰ ਟਿੱਬਿਆਂ ਦੇ ਉੱਤੇ ਹਰਿਆਵਲਾਂ ਹੋਣ ਲੱਗੀਆਂ ਔਰ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਇਹਦੇ ਨਾਲ ਹੋਈਆਂ। ਤੇ ਇਸ ਕਰਕੇ ਇਹਦੇ ਜਿਹੜੇ ਹੈ ਥਰਮਲ ਪਲਾਂਟ ਬਠਿੰਡਾ ਦੇ ਲੱਗਣ ਨਾਲ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੀ ਹੈ ਰੋਸ਼ਨੀ ਹੋਈ ਔਰ ਜਿਹੜਾ ਬਠਿੰਡਾ ਦਾ ਇਲਾਕਾ ਹੈ, ਖਾਸ ਕਰਕੇ ਮਾਲਵਾ 2-3 ਜ਼ਿਲ੍ਹੇ ਜਿਹੜੇ ਹੈ ਇਹ ਤਾਂ ਹੁਣ ਬਾਅਦ 'ਚ ਬਣੇ ਆ, ਮਾਨਸਾ ਵਗੈਰਾ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਪਰ ਬਠਿੰਡਾ ਤੇ ਪਹਿਲਾਂ ਫਰੀਦਕੋਟ, ਪਹਿਲਾਂ ਬਠਿੰਡਾ ਜ਼ਿਲ੍ਹਾ ਹੁੰਦਾ ਫਿਰ ਇਹਦੇ ਵਿੱਚੋਂ ਫਰੀਦਕੋਟ ਬਣ ਗਿਆ। ਤੇ ਇਹਨਾਂ 3-4 ਜ਼ਿਲ੍ਹਿਆਂ ਨੂੰ ਜਿਹੜਾ ਬਹੁਤ ਵੱਡਾ ਜਿਹੜਾ ਫਾਇਦਾ ਹੋਇਆ ਔਰ ਬਹੁਤ ਵੱਡੀ ਪੱਧਰ ਦੇ ਉੱਤੇ ਲੋਕਾਂ ਨੂੰ ਰੁਜ਼ਗਾਰ ਮਿਲਿਆ। ਇੱਥੇ ਜਦੋਂ ਇਹ ਥਰਮਲ ਲੱਗਿਆ ਤਾਂ ਉਦੋਂ ਘੱਟੋ ਘੱਟ 5000 ਜਿਹੜਾ ਮੁਲਾਜ਼ਮ ਹੈ ਇੱਥੇ ਉਹ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਕੋਈ ਵਰਕ ਚਾਰਜ ਕੋਈ ਡੇਲੀ ਵੇਜ 'ਤੇ ਰੈਗੂਲਰ ਦੇ ਤੌਰ ਦੇ ਉੱਤੇ ਇੱਥੇ ਕੰਮ ਕਰਦੇ ਸੀਗੇ, ਇੰਜੀਨੀਅਰ ਸੀਗੇ, ਟੈਕਨੀਸ਼ੀਅਨ ਸੀਗੇ, ਹੈਲਪਰ ਸੀਗੇ। ਤੇ ਉਸ ਤੋਂ ਇਲਾਵਾ ਜਿਹੜੇ ਇਹਦੇ 'ਤੇ ਅਸਿੱਧੇ ਤੌਰ ਦੇ ਉੱਤੇ ਜਿਹੜੇ ਹੈ ਉਹ ਕੋਈ ਰੇਹੜੀ ਫੜੀ ਵਾਲਾ, ਕੋਈ ਕਿਸਾਨ ਦੁੱਧ ਵੇਚਣ ਲੱਗ ਗਿਆ, ਕੋਈ ਰੇਹੜੀਆਂ ਵਾਲੇ ਸਬਜ਼ੀ ਵੇਚਣ ਲੱਗ ਗਏ, ਇਹਦੇ ਨਾਲ ਜਿਹੜੀਆਂ ਮੈਡੀਕਲ ਸਟੋਰ ਖੁੱਲ੍ਹ ਗਏ, ਕੱਪੜੇ ਦੀਆਂ ਦੁਕਾਨਾਂ ਖੁੱਲ੍ਹ ਗਈਆਂ। ਗੱਲ ਕੀ ਕਿ ਹਰ ਜਿਹਨੂੰ ਆਪਾਂ ਚੌਂ ਪੱਖੀ ਵਿਕਾਸ ਕਹਿ ਦਿੰਦੇ ਹਾਂ ਬਠਿੰਡੇ ਦਾ ਥਰਮਲ ਕਰਕੇ ਹੋਇਆ। ਸਰਕਾਰਾਂ ਦੀ ਜੇ ਸਰਕਾਰਾਂ ਦੇ ਮਨ 'ਚ ਬੇਈਮਾਨੀ ਕਦੋਂ ਆਈ, ਜੋ ਆਪਾਂ ਇਹ ਗੱਲ ਕਹਿ ਲਈਏ ਦੂਜੇ ਹਿਸਾਬ ਨਾਲ ਵੀ ਇਹਦਾ ਵੇਚਣ ਦਾ ਮੁੱਢ ਕਦੋਂ ਵੱਜਿਆ ਗਿਆ? ਇਹਦਾ ਜੀ ਜਿਹੜਾ ਵੇਚਣ ਦਾ ਮੁੱਢ ਹੈ, ਸਰਕਾਰਾਂ ਤਾਂ ਕੋਈ ਵੀ ਹੋਣ ਜਿਹੜੀ ਮਤਲਬ ਇਹਦਾ ਮੁੱਢ ਤਾਂ ਬਣਿਆ ਅਕਾਲੀ ਦਲ ਨੇ 2016 ਦੇ ਵਿੱਚ। ਉਹਨਾਂ ਨੇ ਜਿਹੜਾ ਮਤਲਬ 2015 ਦੇ ਵਿੱਚ ਉਹਨਾਂ ਨੇ ਗੁੰਦੀਆਂ ਸ਼ੁਰੂ ਕਰਤੀਆਂ ਇਹਦੀਆਂ ਤੇ ਉਦੋਂ ਮਗਰੋਂ ਫਿਰ ਇਹਨਾਂ ਨੇ 2016 ਦੇ ਵਿੱਚ 8ਵੇਂ ਮਹੀਨੇ ਦੇ ਵਿੱਚ ਇਹਦਾ ਜਿਹੜਾ ਏਜੰਡਾ ਲਿਆਂਦਾ ਸੀਗਾ ਉਹ ਏਜੰਡਾ ਸਾਡੇ ਕੋਲੇ ਪਿਆ ਤੇ ਉਹ ਗਾਂਹ ਮੁੜ ਕੇ ਜਿਹੜੀਆਂ ਫਰਵਰੀ 17 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀਗੀਆਂ ਤੇ ਜਦੋਂ ਅਸੀਂ ਇਹਦਾ ਵਿਰੋਧ ਕੀਤਾ ਤਾਂ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸਰਕਾਰ ਸੀਗੀ ਤੇ ਉਹ ਭਾਵ ਗਏ ਇਸ ਗੱਲ ਨੂੰ ਕਿ ਸਾਡਾ ਵਿਰੋਧ ਹੋਊਗਾ, ਇਸ ਕਰਕੇ ਉਹਨਾਂ ਨੇ ਇਹਨੂੰ ਜਿਹੜਾ ਠੰਡੇ ਬਸਤੇ ਦੇ ਵਿੱਚ ਪਾਤਾ। ਤੇ ਮਨਪ੍ਰੀਤ ਬਾਦਲ ਜਿਹੜੇ ਇਸ ਵੇਲੇ ਖਜ਼ਾਨਾ ਮੰਤਰੀ ਹੈ, ਇਹਨਾਂ ਨੇ ਮਤਲਬ ਸਾਡੀ ਐਜੀਟੇਸ਼ਨ ਚੱਲਦੀ ਸੀ ਤਾਂ ਇਹਨਾਂ ਨੇ ਸਾਡੇ ਥਰਮਲ ਦੇ ਗੇਟ ਦੇ ਉੱਤੇ ਆ ਕੇ ਇਹਨਾਂ ਨੇ ਸਹੁੰ ਖਾਧੀ ਔਰ ਥਰਮਲ ਦੇ ਵੱਲ ਹੱਥ ਕਰਕੇ ਇਹ ਗੱਲ ਕਹੀ ਕਿ ਇਹ ਜਿਹੜਾ ਸੀਮੈਂਟ ਰੇਤਾ ਬਜਰੀ ਦਾ ਨਹੀਂ ਬਣਿਆ ਹੋਇਆ, ਇਹ ਲੋਕਾਂ ਦੇ ਮਜ਼ਦੂਰਾਂ ਦੇ ਹੱਡੀਆਂ ਮਾਸ ਤੇ ਖੂਨ ਦਾ ਇਹ ਥਰਮਲ ਪਲਾਂਟ ਆ ਜਿਹੜਾ ਉਹਦੇ ਨਾਲ ਇਹ ਸਿਰਜਿਆ ਹੋਇਆ। ਤੇ ਜੇ ਸਾਡੀ ਸਰਕਾਰ ਆ ਗਈ
ਤਾਂ ਅਸੀਂ ਜਿਹੜੀਆਂ ਰੁੱਸੀਆਂ ਹੋਈਆਂ ਬਹਾਰਾਂ ਪੰਜਾਬ 'ਚੋਂ ਚਲੀਆਂ ਗਈਆਂ ਉਹਨਾਂ ਨੂੰ ਵਾਪਸ ਲਿਆਵਾਂਗੇ, ਥਰਮਲ ਪਲਾਂਟ ਨੂੰ ਚਲਾਵਾਂਗੇ ਤੇ ਲੋਕ ਪਹਿਲਾਂ ਦੀ ਤਰ੍ਹਾਂ ਇੱਥੇ ਜਿਹੜੇ ਹੈ ਉਹ ਰੁਜ਼ਗਾਰ ਆਪਦਾ ਜਿਹੜਾ ਕੰਮ ਹੈ ਉਹ ਕਰਨਗੇ। ਪਰ ਅਫਸੋਸ ਕਿ ਮਨਪ੍ਰੀਤ ਬਾਦਲ ਨੇ ਹੀ ਸਭ ਤੋਂ ਵੱਧ ਇੰਟਰਸਟ ਲੈ ਕੇ ਜਿਹੜੀ ਹੈ ਮਤਲਬ ਇਹਨੂੰ ਬੰਦ ਕਰਨ ਦੇ ਵਿੱਚ ਭੂਮਿਕਾ ਨਿਭਾਈ। ਜਦੋਂ ਅਸੀਂ ਪੂਰੇ ਪੱਧਰ ਦੇ ਉੱਤੇ ਰੌਲਾ ਪਾਇਆ, ਕਾਂਗਰਸ ਦੀ ਸਰਕਾਰ ਬਣ ਗਈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਜਿਹੜੇ ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਜਿਹੜੀ ਬਣਾਈ ਸੀ, ਉਹ 'ਚ ਮਨਪ੍ਰੀਤ ਬਾਦਲ ਸੀਗੇ, ਬ੍ਰਹਮਿੰਦਰਾ ਜੀ ਸੀਗੇ, ਚੰਨੀ ਜੀ ਸੀਗੇ। ਅਸੀਂ ਉਹਨਾਂ ਤੱਕ ਵੀ ਪਹੁੰਚ ਕੀਤੀ ਤੇ ਉਹਨਾਂ ਨੇ ਵੀ ਜਿਹੜੀ ਹੈ ਇਹ ਗੱਲ ਕਹੀ ਕਿ ਆਪਾਂ ਭਾਈ ਜਿਹੜਾ ਤੁਹਾਡਾ ਹਲਕੇ ਦਾ MLA ਹੈ, ਤੁਹਾਡਾ ਵਿੱਤ ਮੰਤਰੀ ਹੈ, ਤੁਸੀਂ ਉਹਨੂੰ ਮਨਾ ਲਓ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਹੈ। ਪਰ ਅਫਸੋਸ ਕਿ ਇਹਨਾਂ ਨੇ ਸਾਨੂੰ ਮਤਲਬ ਸਾਡੇ ਨਾਲ ਗੱਲ ਵੀ ਨਹੀਂ ਕੀਤੀ, ਕੋਈ ਮੀਟਿੰਗ ਵੀ ਨਹੀਂ ਦਿੱਤੀ। ਔਰ ਜੋ ਇਹਨਾਂ ਨੇ ਇਹ ਬਠਿੰਡਾ ਥਰਮਲ ਦੇ ਵਾਸਤੇ ਝੂਠ ਤੂਫਾਨ ਬੋਲਣਾ ਸ਼ੁਰੂ ਕਰਤਾ ਕਿ ਇਹਦੀ ਬਿਜਲੀ 11 ਰੁਪਏ ਪੈਂਦੀ ਹੈ, ਇਹਦੀ 13 ਰੁਪਏ ਪੈਂਦੀ ਹੈ ਤੇ 1300 ਕਰੋੜ ਰੁਪਇਆ ਖਰਚਾ ਆਉਂਦਾ ਹੈ, ਇਹ ਜਿਹੜਾ ਕੈਂਸਰ ਪੈਦਾ ਕਰਦਾ ਹੈ, ਇਹਦਾ ਸਵਾਹ ਡਿੱਗਦੀ ਹੈ ਜੀ, ਇਹਦਾ ਇਸ ਤਰ੍ਹਾਂ ਹੁੰਦਾ। ਇਹਨਾਂ ਨੇ ਟੋਟਲੀ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਐਡਾ ਜ਼ਿੰਮੇਵਾਰ ਬੰਦਾ ਐਡੇ ਅਹੁਦੇ ਦੇ ਉੱਤੇ ਬੈਠ ਕੇ ਤੇ ਆਪਣੀ ਹੀ ਗੱਲ ਨੂੰ ਆਪੇ ਹੀ ਜੂ ਟਰਨ ਲੈ ਕੇ ਤੇ ਫਿਰ ਜੂ ਟਰਨ ਵੀ ਲਵੇ, ਉਹ ਝੂਠ ਦਾ ਸਹਾਰਾ ਲਵੇ, 100% ਝੂਠ ਦਾ ਸਹਾਰਾ ਲਵੇ। ਅਸੀਂ ਇਹਨਾਂ ਨੂੰ ਚੈਲੰਜ ਕੀਤਾ ਹਰ ਗੱਲ ਦੇ ਉੱਤੇ ਕਿ ਜੇ ਇਹਦੇ ਤੇ 1300 ਕਰੋੜ ਰੁਪਇਆ ਖਰਚਾ ਆਉਂਦਾ, ਸਾਡੇ ਨਾਲ ਬੈਠ ਕੇ ਗੱਲ ਕਰ ਲਓ। ਜੇ ਇਹਦੇ ਸਵਾਹ ਡਿੱਗਣ ਦੇ ਨਾਲ ਕੋਈ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਤਾਂ ਸਾਡੇ ਨਾਲ ਬੈਠ ਕੇ ਗੱਲ ਕਰ ਲਓ, ਅਸੀਂ ਤੱਥਾਂ ਦੇ ਆਧਾਰ 'ਤੇ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹੈ। ਜੇ ਇਹਦੀ ਬਿਜਲੀ 11 ਰੁਪਏ ਪੈਂਦੀ ਹੈ ਜਾਂ 13 ਰੁਪਏ ਪੈਂਦੀ ਹੈ, ਫਿਰ ਇਹ 7 ਰੁਪਏ 90 ਪੈਸੇ ਕਹਿਣ ਲੱਗ ਗਏ। ਮੈਂ RTI ਪਾਈ ਤੇ ਇਹਦੀ ਬਿਜਲੀ ਜਿਹੜੀ ਹੈ ਪੂਰੇ ਟਿੱਲ ਲਾ ਕੇ ਜ਼ੋਰ ਲਾ ਕੇ ਜਿਹੜਾ ਮੈਨੇਜਮੈਂਟ ਨੇ ਉਹ ਫਿਰ ਵੀ ਉਹਨਾਂ ਨੇ 4 ਰੁਪਏ ਤੇ 76 ਪੈਸੇ ਕੱਢੀ। ਉਹਦੀਆਂ ਕਾਪੀਆਂ ਵੀ ਅਸੀਂ ਜਦੋਂ ਬਿਜਲੀ ਮੰਤਰੀ ਕਾਂਗੜ ਜੀ ਹੈ ਉਹਨਾਂ ਨੂੰ ਵੀ ਦਿੱਤੀਆਂ, ਉਹਨਾਂ ਨੂੰ ਵੀ ਕਿਹਾ, ਉਹਨਾਂ ਦੇ ਨਾਲ ਮੀਟਿੰਗਾਂ ਵੀ ਹੋਈਆਂ। ਸਰਦਾਰ ਬਲਦੇਵ ਸਿੰਘ ਸਰਾਂ ਸਾਡੇ CMD ਸੀਗੇ, ਕਾਂਗੜ ਜੀ ਜਿਹੜੇ ਹੈ ਬਿਜਲੀ ਮੰਤਰੀ ਸੀਗੇ, ਇਹਨਾਂ ਦੇ ਨਾਲ ਸਾਡੀਆਂ ਮੀਟਿੰਗਾਂ ਵੀ ਹੋਈਆਂ। ਇਹਨਾਂ ਨੇ ਸਾਡੇ ਨਾਲ ਵਾਅਦੇ ਵੀ ਕੀਤੇ ਕਿ ਅਸੀਂ ਇਸ ਥਰਮਲ ਨੂੰ ਚਲਾਵਾਂਗੇ, ਪਰ ਇਹ ਕਹਿੰਦੇ ਵੀ ਅਸੀਂ ਕੋਲੇ 'ਤੇ ਤਾਂ ਨਹੀਂ ਚਲਾ ਸਕਦੇ, ਪਰ ਅਸੀਂ ਇਹਨੂੰ ਪਰਾਲੀ ਦੇ ਉੱਤੇ ਕਨਵਰਟ ਕਰਕੇ ਚਲਾਵਾਂਗੇ। 150 ਕਰੋੜ ਰੁਪਇਆ ਉੱਤੇ ਖਰਚਾ ਆਉਣਾ ਸੀਗਾ। ਅਸੀਂ ਇਸ ਗੱਲ ਨਾਲ ਵੀ ਸਹਿਮਤ ਹੋ ਗਏ, ਸਾਡਾ PSCB EMPLOYEE ਜੁਆਇੰਟ ਫੋਰਮ ਉਹਨਾਂ ਦੀ ਇਸ ਗੱਲ ਦੇ ਨਾਲ ਵੀ ਸਹਿਮਤ ਹੋ ਗਿਆ ਵੀ ਚਲੋ ਪਰਾਲੀ 'ਤੇ ਚਲਾ ਦਿਓ। ਤੇ ਕਿਉਂਕਿ ਪਰਾਲੀ ਦੇ ਨਾਲ ਜੇ ਚੱਲਦਾ ਸੀ ਤਾਂ ਉਹਦੇ ਨਾਲ ਬਠਿੰਡਾ ਦੇ ਆਸ-ਪਾਸ 40 ਕਿਲੋਮੀਟਰ ਏਰੀਏ ਦੇ ਵਿੱਚ ਤੁਹਾਨੂੰ ਪਰਾਲੀ ਦਾ ਇੱਕ ਵੀ ਤੀਲਾ ਨਹੀਂ ਮਿਲਣਾ ਸੀ ਔਰ ਕਿਸਾਨਾਂ ਨੂੰ ਇਹਦੀ ਆਮਦਨ ਹੋਣੀ ਸੀ ਔਰ ਜਿਹੜੇ ਹੈ ਟਰਾਂਸਪੋਰਟਰ ਹੈ ਉਹਨਾਂ ਨੂੰ ਮਤਲਬ ਜਿਹੜਾ ਰੁਜ਼ਗਾਰ ਮਿਲਣਾ ਸੀ, ਉਹਦੇ ਨਾਲ ਲੇਬਰ ਨੂੰ ਰੁਜ਼ਗਾਰ ਮਿਲਣਾ ਸੀਗਾ। ਤੇ ਜਿਹੜੀ ਬਿਜਲੀ ਹੈ ਉਹ ਸਾਨੂੰ 4 ਰੁਪਏ ਹੀ ਇਹਦੀ ਜਿਹੜੀ ਐਪਰਾਂ ਦੀ ਯੂਨਿਟ ਪੈਣੀ ਸੀ, ਜਦੋਂ ਕਿ ਅਸੀਂ ਜਿਹੜੇ ਪ੍ਰਾਈਵੇਟ ਪਲੇਅਰ ਆ ਪਰਾਲੀ ਵਾਲੇ ਥਰਮਲ ਲੱਗੇ ਆ, ਚੰਨੂ ਲੱਗਿਆ ਜਾਂ ਇੱਥੇ ਸਿੱਧੇ ਵਾਲੇ ਲੱਗੇ ਆ ਜਾਂ ਕਿਤੇ ਹੋਰ ਲੱਗੇ ਆ ਛੋਟੇ ਛੋਟੇ 8-8 10-10 ਮੈਗਾਵਾਟ ਦੇ, ਤਾਂ ਉੱਥੋਂ ਅਸੀਂ 8 ਰੁਪਏ 16 ਪੈਸੇ ਉਹਨਾਂ ਤੋਂ ਲੈਂਦੇ ਹਾਂ। ਤੇ ਹਰ ਸਾਲ ਜਿਹੜੀ 5% ਬਿਜਲੀ ਇਨਕਰੀਜ਼ ਹੋਣੀ ਆ ਉਹ, ਕਿਉਂਕਿ ਉਹ 2-3-4 ਸਾਲਾਂ 'ਚੋਂ 10 ਰੁਪਏ ਤੋਂ ਵੱਧ ਪੈਣ ਲੱਗ ਜਾਣੀ ਹੈ। 4 ਰੁਪਏ ਪੈਣੀ ਸੀਗੀ, ਪਰ ਮਤਲਬ ਉਹਦੇ ਵਿੱਚ ਵੀ ਸਾਡੇ ਮਾਨਯੋਗ ਵਿੱਤ ਮੰਤਰੀ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਡਿੱਕਾ ਜਿਹੜਾ ਡਾਇਆ। ਉਹ ਏਜੰਡਾ ਜਿਹੜਾ ਸਾਡਾ BOD ਦੇ ਮਤਲਬ WTD ਦੇ ਵਿੱਚ ਲੱਗਿਆ, ਉਸ ਤੋਂ ਮਗਰੋਂ BOD ਦੇ ਵਿੱਚ ਲੱਗਿਆ, ਉਸ ਤੋਂ ਮਗਰੋਂ ਜਿਹੜਾ ਹੈ ਉਹਨੂੰ ਕੈਬਨਿਟ ਨੇ ਪ੍ਰਵਾਨਗੀ ਦੇਣੀ ਸੀ। ਇੱਕ ਯੂਨਿਟ ਆ ਜਿਹੜਾ ਉਹ 60 ਤੋਂ 62 ਮੈਗਾਵਾਟ ਦਾ ਲੱਗਣਾ ਸੀਗਾ। ਤੇ ਇਹ ਵੀ ਜਿਹੜਾ ਹੈ ਵੀ ਆਲਵਰਡ ਦਾ ਜਿਹੜਾ ਪਰਾਲੀ ਵਾਲਾ ਸਭ ਤੋਂ ਵੱਡਾ ਥਰਮਲ ਪਲਾਂਟ ਇਹ ਬਠਿੰਡੇ ਦੇ ਵਿੱਚ, ਪੰਜਾਬ ਦੇ ਵਿੱਚ, ਹਿੰਦੁਸਤਾਨ ਭਾਰਤ ਦੇ ਵਿੱਚ ਲੱਗਣਾ ਸੀਗਾ। ਤੇ ਇਹਦੇ ਨਾਲ ਜਿਹੜਾ ਬਠਿੰਡੇ ਦਾ ਨਾਮ ਆ ਫਿਰ ਜਿਹੜਾ ਚਮਕਣਾ ਸੀ। ਬਾਹਰਲੇ ਜਿਹੜੀਆਂ ਮੁਲਕਾਂ ਦੀਆਂ ਜਿਹੜੀਆਂ ਟੀਮਾਂ ਇੰਜੀਨੀਅਰ ਹੈ ਉਹ ਵੀ ਆ ਕੇ ਇੱਥੇ ਸਰਵੇ ਕਰਕੇ ਗਏ ਤੇ ਔਰ ਉਹਨਾਂ ਨੂੰ ਵੀ ਓਕੇ ਰਿਪੋਰਟ ਦਿੱਤੀ ਕਿ ਇੰਨੀ ਸੋਹਣੀ ਜਗ੍ਹਾ ਦੇ ਉੱਤੇ, ਕਿਉਂਕਿ ਇਹ ਹਾਈਵੇ ਦੇ ਉੱਤੇ ਹੈ, ਇੱਥੇ ਜਿਹੜੀ ਆ ਟਰਾਂਸਪੋਰਟ ਦੀ ਕੋਈ ਮਤਲਬ ਦਿੱਕਤ ਨਹੀਂ ਹੈ ਵੀ ਕੋਈ ਟਰਾਲਾ ਸੜਕ ਤੋਂ ਥੱਲੇ ਰਹਿ ਗਿਆ, ਸੜਕ ਭੀੜੀ ਹੈ ਵੀ ਇੱਥੇ ਜੀ ਜਿਹੜਾ ਹੈਗਾ ਮਤਲਬ ਜਿਹੜਾ ਟ੍ਰੈਫਿਕ ਜਾਮ ਹੋ ਜਾਊਗਾ ਤੇ ਵੀ ਇਦਾਂ ਦੀ ਕੋਈ ਸਮੱਸਿਆ ਨਹੀਂ ਸੀ, ਕਿਉਂਕਿ ਹਾਈਵੇ ਦੇ ਉੱਤੇ ਆ ਇਹ। ਤੇ ਇੱਥੇ ਮਤਲਬ ਜਿਹੜੇ ਆ ਬੜਾ ਸੌਖੀ ਆ ਜਿਹੜੀ ਪਰਾਲੀ ਦੀ ਢੋਆ-ਢੁਆਈ ਹੋ ਜਾਣੀ ਸੀਗੀ। ਤੇ ਇਹ ਉਹਦੇ ਵਿੱਚ ਵੀ ਇਹਨਾਂ ਨੇ ਜਿਹੜਾ ਫਿਰ ਪੂਰੇ ਵੱਡੀ ਪੱਧਰ ਦੇ ਉੱਤੇ ਕੀਤਾ। ਉਸ ਤੋਂ ਇਲਾਵਾ ਫਿਰ ਸਾਡੀ ਮੈਨੇਜਮੈਂਟ ਨੇ ਜਿਹੜੀ ਹੈ ਇੱਕ ਪ੍ਰਪੋਜ਼ਲ ਹੋਰ ਦਿੱਤੀ ਸੀ ਇਹਨਾਂ ਨੂੰ ਕਿ ਇੱਥੇ 100 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਲਾ ਲਈਏ। ਸਾਡੇ ਕੋਲ 850 ਏਕੜ ਜਿਹੜਾ ਜ਼ਮੀਨ ਹੈ ਉਹ ਵੱਡੀਆਂ ਵੱਡੀਆਂ ਝੀਲਾਂ ਜਿਹੜਾ 13-13 14-14 ਫੁੱਟ ਡੂੰਘੀਆਂ ਪੱਟੀਆਂ ਹੋਈਆਂ, ਉਹਨਾਂ ਦੇ ਸਵਾਹ ਭਰੀ ਹੋਈ ਹੈ, ਦਲਦਲ ਹੈ। ਉੱਥੇ ਨਾ ਤਾਂ ਕੋਈ ਬਿਲਡਿੰਗ ਸਾਰੀ ਜਾ ਸਕਦੀ ਹੈ। ਅਸੀਂ ਜਿਹੜੀ ਆ ਬਠਿੰਡਾ ਦੀ ਯੂਨੀਵਰਸਿਟੀ ਇਹਨਾਂ ਤੋਂ ਸਰਵੇ ਕਰਵਾਇਆ ਸਾਡੇ ਮਹਿਕਮੇ ਨੇ, ਉਹਨਾਂ ਨੇ ਕਿਹਾ ਵੀ ਇੱਥੇ ਨਾ ਕੋਈ ਬਿਲਡਿੰਗ ਬਣ ਸਕਦੀ ਹੈ, ਨਾ ਕੋਈ ਇੱਥੇ ਹੋਰ ਚੀਜ਼ ਹੈ। ਇੱਥੇ ਜੇ ਲੱਗ ਸਕਦਾ ਤਾਂ ਸੂਰਜੀ ਊਰਜਾ ਦਾ ਪਲਾਂਟ ਲੱਗ ਸਕਦਾ ਇਸ 850 ਏਕੜ ਦੇ ਵਿੱਚ। ਤਾਂ ਉਹ ਵੀ ਇਹਨਾਂ ਨੇ ਮਤਲਬ ਜਿਹੜਾ ਆਨੇ ਬਹਾਨੇ ਕਰਕੇ ਕਿ ਨਹੀਂ ਜੀ ਇਹ ਤਾਂ ਬੜੀ ਕੀਮਤੀ ਜਗ੍ਹਾ ਹੈ, ਉਹ ਤਾਂ ਜਿਹੜੇ ਸੂਰਜੀ ਊਰਜਾ ਵਾਲਾ ਤਾਂ ਆਪਾਂ ਨੂੰ ਕਿਤੇ ਰੇਗਿਸਤਾਨ ਦੇ ਵਿੱਚ ਲਾਉਣਾ ਚਾਹੀਦਾ, ਟਿੱਬਿਆਂ ਦੇ ਉੱਤੇ ਲਾਉਣਾ ਚਾਹੀਦਾ, ਉਹ ਵੀ ਜਿਹੜਾ ਇਹਨਾਂ ਨੇ ਸਾਨੂੰ ਜਿਹੜਾ ਲਾਉਣ ਨਹੀਂ ਦਿੱਤਾ। ਪ੍ਰਧਾਨ ਜੀ ਇੱਕ ਗੱਲ ਤੁਹਾਡੇ ਕੋਲ ਇਹ ਸਮਝਣੀ ਹੈ ਵੀ ਜਿਵੇਂ ਪਹਿਲਾਂ ਅਕਾਲੀ ਦਲ ਨੇ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਚਲੋ ਵੋਟਾਂ ਆ ਗਈਆਂ, ਤੁਹਾਨੂੰ ਪਤਾ ਵੀ ਵੋਟਾਂ ਸਵਾਰਥ ਹੁੰਦੀਆਂ ਲੀਡਰਾਂ ਦੀਆਂ, ਸਿਆਸੀ ਪਾਰਟੀਆਂ ਦੀਆਂ। ਉਸ ਤੋਂ ਬਾਅਦ ਅਕਾਲੀ ਦਲ ਨੇ ਤਾਂ ਫਿਰ ਸਿਸਟਮ ਹੀ ਖਤਮ ਕਰਤਾ। ਇਹ ਕੀ ਵੱਡਾ ਕਾਰਨ, ਇਹਨਾਂ ਨੂੰ ਕੀ ਸਮੱਸਿਆ ਸੀਗੀ ਥਰਮਲ ਪਲਾਂਟ ਤੋਂ ਰਾਜਸੀ ਪਾਰਟੀਆਂ ਨੂੰ ਜਾਂ ਸਰਕਾਰਾਂ ਨੂੰ? ਇਹਦੀ ਸਮੱਸਿਆ ਕੋਈ ਨਹੀਂ ਸੀਗੀ, ਇਸ ਥਰਮਲ ਦੀ ਕੋਈ ਵੀ ਸਮੱਸਿਆ ਨਹੀਂ ਸੀਗੀ,
ਹਾਲਾਂਕਿ ਜਦੋਂ ਸਿਗਮਾ ਇਹਦੀ ਰੈਨੋਵੇਸ਼ਨ ਤੋਂ ਪਹਿਲਾਂ ਜਿਹੜੀ ਹੈ ਉਦੋਂ ਇਹ 25-26 ਸਾਲ 27-28 ਸਾਲ ਪੁਰਾਣਾ 30 ਸਾਲ ਹੀ ਹੋ ਗਿਆ ਸੀਗਾ। ਉਦੋਂ ਜਿਹੜੀ ਇਹਦੀ ਮਸ਼ੀਨਰੀ ਆ ਪੂਰੀ ਖੜਕਣ ਲੱਗ ਗਈ ਸੀ ਤੇ ਇਹਦੀ ਸੁਆਹ ਜਿਹੜੀ ਆ ਬਹੁਤ ਡਿੱਗਦੀ ਸੀ ਬਠਿੰਡਾ ਸ਼ਹਿਰ ਦੇ ਉੱਤੇ। ਤੇ ਉਦੋਂ ਲੋਕਾਂ ਨੇ ਵੱਡੇ ਵੱਡੇ ਮੁਜ਼ਾਹਰੇ ਵੀ ਕੀਤੇ, ਕਮੇਟੀਆਂ ਵੀ ਬਣੀਆਂ। ਉਦੋਂ ਤਾਂ ਗਵਰਨਮੈਂਟ ਨੇ ਬੰਦ ਨਹੀਂ ਕੀਤਾ। ਉਦੋਂ ਮਗਰੋਂ 750 ਕਰੋੜ ਰੁਪਇਆ ਜਦੋਂ ਇਹ 'ਤੇ ਲੱਗ ਗਿਆ, ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਹੁਣ ਵੀ ਸਰਕਾਰ ਹੈ ਮਤਲਬ ਸਾਨੂੰ ਕੋਈ ਵੀ ਇੱਕ ਇਹੋ ਜਿਹੀ ਐਪਲੀਕੇਸ਼ਨ ਵਿਖਾ ਦੇਵੇ ਜੇ ਕਿਸੇ ਸ਼ਹਿਰੀ ਨੇ ਕੋਈ ਇਹਦੀ ਕੰਪਲੇਂਟ ਕੀਤੀ ਹੋਵੇ, ਕੋਈ ਹਾਈ ਕੋਰਟ ਗਿਆ ਹੋਵੇ, ਕੋਈ ਸੁਪਰੀਮ ਕੋਰਟ ਗਿਆ ਹੋਵੇ, ਕੋਈ ਲੋਕਲ ਕੋਰਟ ਦੇ ਵਿੱਚ ਗਿਆ ਹੋਵੇ ਕਿ ਜਿਹੜਾ ਮਤਲਬ ਵੀ ਭਾਈ ਸਾਨੂੰ ਇਹ ਥਰਮਲ ਪਲਾਂਟ ਦੀ ਇਹ ਸਮੱਸਿਆ ਹੈਗੀ ਆ। ਇਹਦੀ ਸਮੱਸਿਆ ਕੋਈ ਨਹੀਂ ਸੀ। ਇਹ ਨਾ ਪਹਿਲਾਂ ਅਕਾਲੀਆਂ ਨੂੰ ਵੀ ਲਾਲਚ ਜਾਗਿਆ ਤੇ ਮੁੜ ਕੇ ਕਾਂਗਰਸ ਨੂੰ ਲਾਲਚ ਜਾਗ ਪਿਆ ਕਿ ਇਹਦੀ ਜ਼ਮੀਨ ਆ ਜਿਹੜੀ 2100 ਏਕੜ, ਕਿਉਂਕਿ ਕੁਛ ਤਾਂ ਪਹਿਲਾਂ 100 ਏਕੜ ਜ਼ਮੀਨ ਅਸੀਂ ਜਿਹੜੀ ਹੈ ਇੱਥੇ ਅੰਬੂਜਾ ਸੀਮੈਂਟ ਫੈਕਟਰੀ ਲੱਗੀ ਹੋਈ ਆ ਉਹਨਾਂ ਨੂੰ ਅਸੀਂ ਲੀਜ਼ 'ਤੇ ਦੇ ਦਿੱਤੀ ਸੀ ਬਾਦਲ ਸਰਕਾਰ ਵੇਲੇ। ਤੇ ਬਾਕੀ ਜਿਹੜੀ ਇਹਦੀ ਬਚਦੀ ਜ਼ਮੀਨ ਸੀਗੀ ਸਮੇਤ ਆ ਝੀਲਾਂ ਸਮੇਤ ਕਲੋਨੀ, ਇਹ ਮਤਲਬ 18-1900 ਏਕੜ 2000 ਏਕੜ ਦੇ ਕਰੀਬ ਇਹ ਜ਼ਮੀਨ ਆ ਜਿਹੜੀ ਹੈਗੀ ਹੈ। ਇਹ ਬਹੁਤ ਕੀਮਤੀ ਜ਼ਮੀਨ ਹੈ ਔਰ ਘੱਟੋ ਘੱਟ ਇਹ 5-6 ਹਜ਼ਾਰ ਕਰੋੜ ਦੀ ਜਿਹੜੀ ਹੈ ਇਹ ਪ੍ਰਾਪਰਟੀ ਸੀਗੀ। ਤੇ ਇਹਦੇ ਉੱਤੇ ਅੱਖ ਆ ਜਿਹੜੀ ਇਹਨਾਂ ਦੀ ਪੋਲੀਟੀਕਲ ਲੋਕਾਂ ਦੀ ਹੈ ਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਅਨੁਸਾਰ ਕਿਤੇ ਵੀ ਐਡਾ ਵੱਡਾ ਜਿਹੜਾ ਟੱਕ ਹੈ ਜ਼ਮੀਨ ਦਾ ਉਹ ਨਹੀਂ ਹੋਣਾ ਕਿ ਜਿਹਦੇ ਆਸੇ-ਪਾਸੇ ਸ਼ਹਿਰ ਫੈਲ ਗਿਆ ਹੋਵੇ ਤੇ ਵਿਚਾਲੇ ਇੰਨੀ ਕੀਮਤੀ ਜਿਹੜੀ ਤੇ ਉਪਜਾਊ ਜ਼ਮੀਨ ਪਈ ਹੋਵੇ। ਤਾਂ ਹੁਣ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਤੇ ਜਿਹੜੀਆਂ ਕਾਰਪੋਰੇਟ ਘਰਾਣੇ ਉਹਨਾਂ ਨੂੰ ਸੱਦਾ ਦਿੱਤਾ ਹੈ ਕਿ 1 ਰੁਪਿਆ ਲੀਜ਼ ਦੇ ਉੱਤੇ ਪ੍ਰਤੀ ਏਕੜ ਤੁਸੀਂ ਸਾਡੇ ਤੋਂ 33 ਸਾਲਾਂ ਵਾਸਤੇ 99 ਸਾਲਾਂ ਵਾਸਤੇ ਸਾਡੇ ਤੋਂ ਤੁਸੀਂ ਜਿਹੜੀ ਹੈ ਜ਼ਮੀਨ ਲੈ ਲਓ। ਜ਼ਮੀਨ ਉਹਨਾਂ ਨੂੰ ਕਾਹਦੀ ਦੇਣੀ ਹੁੰਦੀ ਹੈ, ਇਹਨਾਂ ਨੇ ਆਪਦੇ ਹਿੱਸੇ ਪੱਤੀ ਆ ਜਿਹੜੇ ਇਹਦੇ ਵਿੱਚ ਪਾਏ ਆ। ਬੜੇ ਅਫਸੋਸ ਦੀ ਗੱਲ ਹੈ ਕਿ 750 ਕਰੋੜ ਰੁਪਈਆ ਲਾ ਕੇ ਤੇ 164 ਕਰੋੜ ਦੇ ਵਿੱਚ ਜਿਹੜੀ ਹੈ ਇਹਦੀ ਮਸ਼ੀਨਰੀ ਸਾਰੀ ਵੇਚ ਦਿੱਤੀ ਗਈ। ਔਰ ਮੈਂ ਹਲੇ ਪੂਰੇ ਦਾਅਵੇ ਦੇ ਨਾਲ ਤਾਂ ਨਹੀਂ ਕਹਿ ਸਕਦਾ, ਸਾਨੂੰ ਪਤਾ ਲੱਗਿਆ ਕਿ ਜਿਹੜੀ ਇੱਥੋਂ ਦੀ ਮਸ਼ੀਨਰੀ ਸੀ ਉਹ ਤਾਂ ਹਲੇ ਕੋਈ 100 ਘੰਟਾ ਵੀ ਨਹੀਂ ਚੱਲੀ ਸੀ। ਇਹਦੀਆਂ ਵੱਡੀਆਂ ਵੱਡੀਆਂ ਮੋਟਰਾਂ ਜਿਹੜੀਆਂ ਤੇ ਹੋਰ ਟਰਬਾਈਨਾਂ ਵਗੈਰਾ ਹੈਗੀਆਂ ਵੀ ਉਹ ਇੱਥੋਂ ਜਿਹੜੀ ਕੰਪਨੀ ਹੈ ਉਹ ਸਾਡੇ ਪੋਲੀਟੀਕਲ ਬੰਦਿਆਂ ਦੇ ਨਾਲ ਉਹਨਾਂ ਨੇ ਗੰਢ ਧੁੱਪ ਕਰਕੇ ਤੇ ਬਹੁਤ ਸਸਤੇ ਭਾਅ ਦੇ ਉੱਤੇ ਲੈ ਕੇ ਤੇ ਉਹਨਾਂ ਨੂੰ ਨਾ ਇੱਥੋਂ ਖੇਡ ਕੇ ਉਹ ਮਹਾਰਾਸ਼ਟਰ ਦੇ ਵਿੱਚ ਲੈ ਗਏ ਆ। ਤੇ ਉੱਥੇ ਕਹਿੰਦੇ ਆ ਵੀ ਸ਼ਾਇਦ ਇਹ ਪ੍ਰੋਜੈਕਟ ਜਿਹੜਾ ਉੱਥੇ ਅਮੈਂਡਮੈਂਟ ਕਰਕੇ ਉੱਥੇ ਲੱਗੂਗਾ। ਤੇ ਸਾਡੇ ਜਿਹੜੇ ਪੋਲੀਟੀਕਲ ਬੰਦੇ ਆ ਜਿਨ੍ਹਾਂ ਨੇ ਬਹੁਤ ਵੱਡਾ ਇੰਟਰਸਟ ਵਿਖਾਇਆ ਤੇ ਵੀ ਉਹਨਾਂ ਦੇ ਵੀ ਉਹ ਜਿਹੜੇ ਬਿਜਲੀ ਪ੍ਰੋਜੈਕਟ ਦੇ ਵਿੱਚ ਹਿੱਸਾ ਪੱਤੀ ਹੈਗੇ ਆ। ਤੇ ਇੱਥੋਂ ਨਾਲੇ ਤਾਂ ਮਤਲਬ ਉਹਦੇ ਵਿੱਚ ਜਿਹੜਾ ਥਰਮਲ ਉੱਥੇ ਲੱਗੂਗਾ ਇਸ ਮਸ਼ੀਨਰੀ ਦਾ, ਨਵੀਂ ਮਸ਼ੀਨਰੀ ਆ ਸਾਰੀ ਇਹ, ਉਹਦੇ ਵਿੱਚ ਆਪਦੇ ਜਿਹੜੇ ਆ ਹਿੱਸੇ ਪੱਤੀ ਪਾਉਣਗੇ, ਮਹਿੰਗੀਆਂ ਬਿਜਲੀਆਂ ਵੇਚਣਗੇ। ਤੇ ਨਾਲੇ ਜਿਹੜੀ ਆ ਜ਼ਮੀਨ ਹੈ ਇਹਨੂੰ ਕੌਡੀਆਂ ਦੇ ਭਾਅ ਜਿਹੜੇ ਆ ਲੀਜ਼ ਤੇ ਉੱਤੇ ਦੇ ਕੇ ਤੇ ਜਿਹੜੀਆਂ ਵੀ ਇੱਥੇ ਕੋਈ ਨਵੀਂ ਫੈਕਟਰੀ ਜੇ ਕੋਈ ਲੱਗ ਗਈ ਤਾਂ ਉਹਦੇ ਵਿੱਚ ਹਿੱਸਾ ਪੱਤੀ ਪਾਉਣਗੇ, ਨਹੀਂ ਤਾਂ ਜ਼ਮੀਨਾਂ ਤੇ ਦੱਬਣਗੇ। ਅੱਛਾ, ਇੱਕ ਗੱਲ ਹੋਰ ਦੱਸੋ ਸਾਨੂੰ ਵੀ ਜਿਵੇਂ ਮੁੱਖ ਮੰਤਰੀ ਨੇ 3 ਮੈਂਬਰੀ ਕਮੇਟੀ ਬ੍ਰਹਮਪੁਰਾ ਚੰਨੀ ਜੀ ਤੇ ਮਨਪ੍ਰੀਤ ਬਾਦਲ ਸਾਹਿਬ ਇਹਨਾਂ ਦੀ ਬਣਾਤੀ ਸੀ। ਹਾਂਜੀ। ਤੇ ਇਹ ਜਦੋਂ ਉਹਨਾਂ ਨੇ ਕਿਹਾ ਵੀ ਮਨਪ੍ਰੀਤ ਨੂੰ ਮਨਾਓ, ਤੁਸੀਂ ਫਿਰ ਇਹਨਾਂ ਕੋਲ ਪਹੁੰਚ ਕੀਤੀ, ਉਹਨੂੰ ਮੰਨੇ ਨਹੀਂ ਹੋਣੇ। ਫਿਰ ਉਸ ਤੋਂ ਬਾਅਦ ਕੋਈ ਤੁਸੀਂ ਉਪਰਾਲਾ ਕੀਤਾ ਫੈਡਰੇਸ਼ਨ ਵੱਲੋਂ ਵੀ ਤੁਹਾਡੀ ਯੂਨੀਅਨ ਹੈ ਜਿਹੜੀ ਉਹਦੇ ਵੱਲੋਂ ਤੁਸੀਂ ਦੁਬਾਰਾ CM ਸਾਹਿਬ ਦੇ ਦੁਆਰਾ ਧਿਆਨ 'ਚ ਲਿਆਂਦਾ ਹੋਵੇ? ਉਸ ਮਗਰੋਂ ਅਸੀਂ ਮਤਲਬ ਜਿਹੜੀ ਐਜੀਟੇਸ਼ਨ ਵੀ ਕਰੀ ਗਏ ਜੀ ਤੇ ਨਾਲ ਦੀ ਨਾਲ ਅਸੀਂ ਫਿਰ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਚਲੇ ਗਏ ਹੈ। ਹੁਣ ਵੀ ਸਾਡਾ ਕੇਸ ਉੱਥੇ ਪੈਂਡਿੰਗ ਪਿਆ ਹੈਗਾ। ਤੁਹਾਨੂੰ ਪਤਾ ਹੀ ਹੈ ਵੀ ਇੱਕ ਤਾਂ ਹੁਣ ਕੋਵਿਡ ਦਾ ਬਹਾਨਾ ਬਣ ਗਿਆ, ਪਿਛਲੇ ਸਾਲ ਤੋਂ 13-14 ਮਹੀਨੇ ਹੋ ਗਏ ਮਤਲਬ ਜਿਹੜੀਆਂ ਕੋਰਟਾਂ ਲੱਗ ਨਹੀਂ ਰਹੀਆਂ, ਨਾ ਕੋਈ ਉਹ ਜਿਹੜੇ ਫੈਸਲੇ ਕਰ ਰਹੀਆਂ ਹੈਗੀਆਂ। ਸੋ ਇਸ ਕਰਕੇ ਅਸੀਂ ਕੋਰਟ ਦੇ ਵਿੱਚ ਵੀ ਗਏ, ਆਪਣੀ ਐਜੀਟੇਸ਼ਨ ਵੀ ਲੜੀ ਤੇ ਪਰ ਮਤਲਬ ਚਾਹੇ ਕਾਮਯਾਬ ਤਾਂ ਅਸੀਂ ਨਹੀਂ ਹੋ ਸਕੇ ਇਹਨੂੰ ਬਚਾਉਣ ਦੇ ਵਿੱਚ ਥਰਮਲ ਨੂੰ, ਪਰ ਅਸੀਂ ਲੋਕਾਂ ਨੂੰ ਦੱਸਣ ਦੇ ਵਿੱਚ ਕਾਮਯਾਬ ਹੋ ਗਏ ਕਿ ਬਹੁਤ ਵੱਡਾ ਧੱਕਾ ਹੋ ਗਿਆ, ਤੁਹਾਡੀ ਪ੍ਰਾਪਰਟੀ ਜਿਹੜੀ ਹੈ ਇਹ ਵੇਚੀ ਗਈ ਆ। ਹਜੇ ਵੀ ਇੱਕ ਲੜਾਈ ਇਹ ਬੰਦ ਨਹੀਂ ਹੋ ਗਈ। ਇਹ ਹਜੇ ਮਤਲਬ ਕੀ ਹੋਗਾ ਜੇ ਥਰਮਲ ਨੂੰ ਇਹਨਾਂ ਨੇ ਵੱਢ ਟੁੱਕ ਕਰਤੀ ਜਾਂ ਮਸ਼ੀਨਰੀ ਇੱਥੇ ਖੇਡ ਕੇ ਮਹਾਰਾਸ਼ਟਰ ਦੇ ਵਿੱਚ ਲੈ ਗਏ ਜਾਂ ਕਿਤੇ ਹੋਰ ਲੈ ਗਏ। ਹਜੇ ਇਹਦੀ ਬਹੁਤ ਵੱਡੀ ਲੜਾਈ ਹੋਰ ਲੜਨੀ ਪੈਣੀ ਹੈ ਕਿ ਜਦੋਂ ਇਹ ਜ਼ਮੀਨ ਇਹਨਾਂ ਨੇ ਲੀਜ਼ 'ਤੇ ਦੇਤੀ ਤੇ ਜਿਹੜੀ ਇੱਥੇ ਇੱਡੀ ਵੱਡੀ ਗਰੀਨਰੀ ਹੈ ਜਦੋਂ ਇਹਨੂੰ ਵੱਢਣ ਲੱਗ ਗਏ ਤਾਂ ਇਹ ਤਾਂ ਕਹਿੰਦੇ ਨਾ ਵੀ ਬਠਿੰਡਾ ਸ਼ਹਿਰ ਮਤਲਬ ਬਿਮਾਰੀਆਂ ਦਾ ਘਰ ਬਣ ਗਿਆ ਸੀ ਥਰਮਲ ਕਰਕੇ। ਇਹ ਬਠਿੰਡਾ ਸ਼ਹਿਰ ਬਿਮਾਰੀਆਂ ਦਾ ਘਰ ਤਾਂ ਉਦੋਂ ਬਣੂਗਾ ਜਦੋਂ ਇਹ ਗਰੀਨਰੀ ਸਾਰੀ ਵੱਢਣਗੇ ਤੇ ਵੱਢ ਕੇ ਇਹਨੂੰ ਜਿਹੜੇ ਐਡੇ ਵੱਡੇ ਦਰਖਤ ਆ ਜਿਹੜੇ 50-50 60-60 ਸਾਲ ਪੁਰਾਣੇ ਆ ਦਰਖਤ ਉਹਨਾਂ ਨੂੰ ਵੱਢ ਕੇ ਇਹ ਵੇਚਣਗੇ। ਬੜੇ ਕੀਮਤੀ ਦਰਖਤ ਹੈ ਤੇ ਉਹਦੇ ਨਾਲ ਜਿਹੜੀ ਆ ਆਕਸੀਜਨ ਦੀ ਘਾਟ ਵੀ ਹੋਊਗੀ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਸਾਰੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਆਕਸੀਜਨ ਦੀ ਘਾਟ ਕਰਕੇ ਮਰੀਜ਼ ਆ ਜਿਹੜੇ ਉਹ ਮਰ ਰਹੇ ਹੈਗੇ ਆ। ਤੇ ਇਹ ਜਦੋਂ ਮਤਲਬ ਇਹ ਬਹੁਤ ਵੱਡੀ ਲੜਾਈ ਲੜਨੀ ਪੈਣੀ ਹੈ। ਜਿਵੇਂ ਐਗਜ਼ਾਮਪਲ ਹੈ ਕਿ ਫਰੀਦਕੋਟ ਦੀ ਜਿਹੜੀ ਖੰਡ ਮਿੱਲ ਹੈ ਉਹ ਕਿੰਨੇ ਚਿਰ ਤੋਂ ਮਤਲਬ ਜਿਹੜੀ ਬੰਦ ਪਈ ਸੀ ਤੇ ਉਦੋਂ ਉਹ ਇੱਥੇ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਅਸੀਂ ਇਹਨੂੰ ਥਰਮਲ ਨੂੰ ਚਲਾਵਾਂਗੇ। ਉੱਥੇ ਮਹਾਰਾਜਾ ਕੈਪਟਨ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਇਹ ਖੰਡ ਮਿੱਲ ਨੂੰ ਚਲਾਵਾਂਗੇ। ਤਾਂ ਹੁਣ ਉੱਥੇ ਜਾ ਕੇ ਜਿਹੜੀ ਉੱਥੋਂ ਦੀ ਗਰੀਨਰੀਆਂ ਨੂੰ ਪੱਟਣ ਲੱਗ ਗਏ, ਸ਼ਹਿਰ ਵਾਸੀਆਂ ਨੇ ਉੱਥੇ ਜਿਹੜਾ ਵਿਰੋਧ ਕੀਤਾ। ਤਾਂ ਅੱਜ ਦੇ ਅਖਬਾਰਾਂ ਨੇ ਦੱਸਿਆ ਕਿ ਉਹਨੂੰ ਇੱਕ ਵਾਰੀ ਸਰਕਾਰ ਨੇ ਜਿਹੜਾ ਰੋਕ ਦਿੱਤਾ ਹੈਗਾ, ਉੱਥੇ ਐਕਸ਼ਨ ਕਮੇਟੀ ਵੀ ਬਣ ਗਈ ਹੈ। ਤੇ ਇਵੇਂ ਹੀ ਬਠਿੰਡੇ ਸ਼ਹਿਰ ਦੇ ਵਾਸੀਆਂ ਨੂੰ ਨਾਲ ਲੈ ਕੇ ਅਸੀਂ ਜਿਹੜੀ ਹੈ ਇਸ ਗਰੀਨਰੀ ਨੂੰ ਬਚਾਉਣ ਦੇ ਵਾਸਤੇ ਵੀ ਐਜੀਟੇਸ਼ਨ ਦੇਵਾਂਗੇ। ਬਹੁਤ ਵੱਡੀ ਲੜਾਈ ਜਿਹੜੀ ਹੈ ਇਹ ਠੀਕ ਹੈ ਕਿ ਉਦੋਂ ਸ਼ਾਇਦ ਲੋਕਾਂ ਨੂੰ
ਇਹ ਹੋਵੇ ਕਿ ਵੀ ਇਹਨਾਂ ਦੀਆਂ ਨੌਕਰੀਆਂ ਕਰਕੇ ਜਾਂ ਮਤਲਬ ਇਹਨਾਂ ਨੂੰ ਆਸੇ-ਪਾਸੇ ਜਾਣਾ ਪਊਗਾ ਤਾਂ ਲੜਦੇ ਆ ਇਹ। ਪਰ ਜਿਹੜੀ ਆ ਗ੍ਰੀਨਰੀ ਨੂੰ ਬਚਾਉਣ ਦੀ ਲੜਾਈ ਹੈ ਇਹ ਤਾਂ ਸਾਰੇ ਸਮੁੱਚੇ ਪੰਜਾਬ ਦੀ, ਸਮੁੱਚੇ ਬਠਿੰਡਾ ਸ਼ਹਿਰ ਵਾਸੀਆਂ ਦੀ ਲੜਾਈ ਹੈ। ਜਿੰਨੀ ਵੀ ਆਕਸੀਜਨ ਮਿਲਦੀ ਹੈ ਉਹਦੇ ਵਿੱਚੋਂ 80% ਆਕਸੀਜਨ ਜਿਹੜੀ ਹੈ ਇਸ ਥਰਮਲ ਦੇ ਦਰਖਤਾਂ ਦੇ ਵਿੱਚੋਂ ਜਿਹੜੀ ਹੈ ਬਠਿੰਡਾ ਸ਼ਹਿਰ ਵਾਸੀਆਂ ਨੂੰ ਜਾਂਦੀ ਹੈ। ਪ੍ਰਧਾਨ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਵੀ ਮਨਪ੍ਰੀਤ ਬਾਦਲ ਸਾਹਿਬ ਨੇ ਇਹ ਇੰਟਰਸਟ ਲੈ ਕੇ ਸਾਰਾ ਸਿਸਟਮ ਖਰਾਬ ਕੀਤਾ ਜਾਂ ਇਹਨੂੰ ਬੰਦ ਕਰਾਇਆ ਹੈ, ਪਰ ਹੁਣ ਪਿੱਛੇ ਦੇਖਦੇ ਆ ਐਮਸੀ ਚੋਣਾਂ ਹੋਈਆਂ ਜੀ, ਬਠਿੰਡੇ ਉਹ ਬਹੁਮਤ ਲੈ ਕੇ ਬਹੁਤ ਸਾਲਾਂ ਬਾਅਦ ਉਹਨਾਂ ਦਾ ਮੇਅਰ ਬਣ ਗਿਆ ਤੇ ਪਿੰਡ ਬਠਿੰਡਾ ਵਾਸੀਆਂ ਨੂੰ ਨਹੀਂ ਲੱਗਦਾ ਸੀ ਵੀ ਸਾਡਾ ਐਡਾ ਵੱਡਾ ਪ੍ਰੋਜੈਕਟ ਬੰਦ ਕਰਤਾ? ਨਹੀਂ ਜੀ, ਇਹ ਵੇਖੋ ਜਿਹੜੀ ਮਤਲਬ ਐਮਸੀ ਦੀ ਚੋਣ ਹੁੰਦੀ ਹੈ, ਐਮਸੀ ਦੀ ਚੋਣ ਜਿਹੜੀ ਕੈਂਡੀਡੇਟ ਦੇ ਉੱਤੇ ਨਿਰਭਰ ਹੁੰਦਾ ਹੈ ਕਿ ਉਹ ਜਿਹੜਾ ਕੈਂਡੀਡੇਟ ਹੈ ਇਹ ਪਾਰਟੀ ਦੀ ਵੋਟ ਨਹੀਂ ਪੈਂਦੀ ਕਿ ਇਹ ਐਵੇਂ ਜਿਹੜੇ ਹੈ ਮਤਲਬ ਗਲਤ ਭੁਲੇਖੇ ਦੇ ਵਿੱਚ ਹੈ। ਲੱਗ ਜੂਗਾ ਪਤਾ 2022 ਦੀਆਂ ਵਿਧਾਨ ਸਭਾ ਚੋਣਾਂ ਆਉਣੀਆਂ, ਲੱਗ ਜੂਗਾ ਪਤਾ, ਕਿਉਂਕਿ ਮਤਲਬ ਜਿਹੜੀ ਉਹ ਐਮਸੀ ਦੀ ਚੋਣ ਆ ਨਾ, ਉਹ ਐਮਸੀ ਦੀ ਚੋਣ ਬੰਦੇ ਦੇ ਮੂੰਹ ਨੂੰ ਵੋਟ ਪੈਂਦੀ ਹੈ, ਕੈਂਡੀਡੇਟ ਦੇ ਮੂੰਹ ਨੂੰ ਵੋਟ ਪੈਂਦੀ ਹੈ ਵੀ ਕਿੱਦਾਂ ਉਹ ਲੋਕਾਂ ਦੇ ਵਿੱਚ ਵਿਚਰਦਾ, ਕਿੱਦਾਂ ਦੁੱਖ ਸੁੱਖ ਦੇ ਵਿੱਚ ਉਹ ਜਾਂਦਾ ਹੈਗਾ। ਤੇ ਇਸ ਕਰਕੇ ਜਿਹੜੀਆਂ ਬਾਕੀ ਧੱਕਾ ਮੁੱਕੀ ਵੀ ਤੁਹਾਨੂੰ ਪਤਾ ਹੀ ਹੁੰਦਾ ਹੀ ਹੈ। ਬਾਕੀ ਇਹ ਹੁੰਦਾ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਤੇ ਉਧਰਲੇ ਪਾਸੇ ਲੋਕ ਥੋੜ੍ਹਾ ਬਹੁਤਾ ਝੁਕ ਵੀ ਜਾਂਦੇ ਆ ਤੇ ਬਾਕੀ ਭਾਈ ਜਿਹੜੀ ਖਰੀਦੋ ਫਰੋਖਤ ਹੈ ਜਿਹੜੀ ਆ ਵੋਟ ਦੀ ਉਹ ਵੀ ਹੋ ਜਾਂਦੀ ਹੈ। ਪਰ ਮੈਂ ਇਹਨੂੰ ਦਾਅਵੇ ਨਾਲ ਕਹਿਣਾ ਕਿ ਇਹ ਵੋਟ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਨਹੀਂ ਪਈ, ਇਹ ਕੈਂਡੀਡੇਟਾਂ ਨੂੰ ਵੋਟ ਪਈ ਹੈ। ਜਿਵੇਂ ਕੋਈ ਵੀ ਪਾਰਟੀ ਆਉਂਦੀ ਹੈ ਉਹ ਗੁਰੂ ਨਾਨਕ ਦੇਵ ਜੀ, ਸਾਰੇ ਗੁਰੂ ਸਾਹਿਬਾਨਾਂ ਦੇ, ਹੋਰ ਭਗਤ ਸਾਹਿਬਾਨਾਂ ਦੇ, ਤੇ ਉਹ ਵੱਖ-ਵੱਖ ਤਰ੍ਹਾਂ ਦੇ ਜਨਮ ਦਿਹਾੜੇ ਉਹਨਾਂ ਦੇ ਜਿਹੜਾ ਹੈਗਾ ਕਰਦੀ ਹੈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ। ਤੇ ਹੁਣ ਜਿਵੇਂ ਇਹਨੂੰ ਥਰਮਲ ਨੂੰ ਖਤਮ ਕੀਤਾ ਗਿਆ, ਤੁਸੀਂ ਕੀ ਸੋਚਦੇ ਹੋ ਕਿ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਥਰਮ ਪਲਾਂਟ ਸੀਗਾ 50 ਸਾਲ ਜਿਹੜਾ ਸੀਗਾ ਮਸਾਂ ਚੱਲ ਸਕਿਆ, ਹੋਰ ਵੀ ਤੁਹਾਡੇ ਮੁਤਾਬਕ ਚੱਲ ਸਕਣਾ ਸੀਗਾ, ਬਿਜਲੀ ਸਸਤੀ ਮਿਲਣੀ ਸੀਗੀ, ਤੇ ਕਿੰਨਾ ਕੁ ਤੁਹਾਨੂੰ ਇਸ ਗੱਲ ਦਾ ਦੁੱਖ ਲੱਗਿਆ? ਦੁੱਖ ਤਾਂ ਜੀ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਦੋਂ ਸਾਰੀ ਉਮਰ ਇੱਥੋਂ ਰੋਟੀ ਖਾਧੀ ਹੋਵੇ, ਆਪਦਾ ਢਿੱਡ ਪਾਲਿਆ ਹੋਵੇ, ਬੱਚੇ ਪੜ੍ਹਾਏ ਹੋਣ, ਲਿਖਾਏ ਹੋਣ, ਵਿਦੇਸ਼ਾਂ ਤੱਕ ਭੇਜਦੇ ਹੋਣ, ਦੁੱਖ ਤਾਂ ਬਹੁਤ ਵੱਡਾ ਉਹਨੂੰ ਬਿਆਨਿਆ ਨਹੀਂ ਜਾ ਸਕਦਾ। ਜਿੱਥੋਂ ਤੱਕ ਪੋਲੀਟੀਕਲ ਪਾਰਟੀਆਂ ਦਾ ਜੀ ਇਹ ਸਾਰੇ ਡਰਾਮੇ ਕਰਦੇ ਆ ਲੋਕ, ਇਹ ਜਿਹੜੀਆਂ ਰਵਾਇਤੀ ਪਾਰਟੀਆਂ ਆ ਇਹ ਸਾਰੇ ਡਰਾਮੇ ਕਰਦੀਆਂ, ਮਤਲਬ ਕੋਈ ਇਹਨਾਂ ਨੂੰ ਗੁਰੂ ਦੇ ਨਾਲ ਨਹੀਂ, ਕੋਈ ਕੁਛ ਨਹੀਂ। ਜਦੋਂ ਐਡੀ ਵੱਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਤੇ ਉਦੋਂ ਮਤਲਬ ਇਸ ਤੋਂ ਵੱਡਾ ਹੋਰ ਕੀ ਤਰਾਸਦੀ ਹੋ ਸਕਦੀ ਹੈ। ਤੇ ਜਿੱਥੋਂ ਤੱਕ ਦੂਜੀਆਂ ਧਾਰਮਿਕ ਜਥੇਬੰਦੀਆਂ, ਮੈਂ ਕਹਿੰਦਾ ਵੀ ਉਹਨਾਂ ਨੂੰ ਬੋਲਣਾ ਚਾਹੀਦਾ ਸੀ, ਉਹ ਵੀ ਨਹੀਂ ਬੋਲੀਆਂ। ਤੇ ਜੇ ਮੈਂ ਕਹਿੰਦਾ ਵੀ ਇੱਥੇ ਇੱਕ ਬਹੁਤ ਵੱਡਾ ਗੁਰਦੁਆਰਾ ਬਣਿਆ ਹੁੰਦਾ, ਇਹਦੇ ਵਿੱਚ ਥਰਮਲ ਦੇ ਇੱਕ ਨੁੱਕਰ ਦੇ ਉੱਤੇ ਸਾਈਡ ਦੇ ਉੱਤੇ, ਤੇ ਉੱਥੇ ਆਮਦਨ ਹੁੰਦੀ ਕਰੋੜਾਂ ਰੁਪਈਆ, ਤਾਂ ਫਿਰ ਮੈਂ ਤੁਹਾਨੂੰ ਕਹਿੰਦਾ ਵੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਹਿਣਾ ਸੀ ਕਿ ਇਹ ਤਾਂ ਵੀ ਗੁਰੂ ਨਾਨਕ ਸਾਹਿਬ ਦਾ ਇਹ ਤਾਂ ਯਾਦਗਾਰ ਆ ਜੀ, ਅਸੀਂ ਇਹਨੂੰ ਤਾਂ ਨਹੀਂ ਹੋਣ ਦਿੰਦੇ। ਤੇ ਜਿਹੜੀਆਂ ਹੋਰ ਹੈ ਦੂਜੀਆਂ ਧਾਰਮਿਕ ਜਥੇਬੰਦੀਆਂ ਤਾਂ ਉਹਨਾਂ ਨੂੰ ਵੀ ਆ ਕੇ ਇੱਥੇ ਜਿਹੜੇ ਖੰਡੇ ਖੜਕਾ ਦੇਣੇ ਸੀਗੇ, ਕਿਉਂਕਿ ਉਹ ਮਤਲਬ ਗੁਰਦੁਆਰਾ ਹੈ ਨਹੀਂ ਸੀ। ਇਸ ਕਰਕੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਨੇ ਵੀ ਸਾਨੂੰ ਕੋਈ ਸਹਿਯੋਗ ਨਹੀਂ ਦਿੱਤਾ। ਅਸੀਂ ਪਹੁੰਚ ਵੀ ਕੀਤੀ, ਇੱਕ ਵਾਰ ਦਾਦੂਵਾਲ ਜੀ ਆਏ ਸੀਗੇ, ਉਹ ਜ਼ਰੂਰ ਸਾਨੂੰ ਜਿਹੜਾ ਹੌਸਲਾ ਦੇ ਕੇ ਗਏ ਸੀਗੇ, ਉਹ ਸਾਡੇ ਸਟੇਜ ਦੇ ਉੱਤੇ ਬੋਲ ਕੇ ਵੀ ਗਏ ਸੀਗੇ। ਤਾਂ ਇਸ ਕਰਕੇ ਮਤਲਬ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਵੀ ਇਸ ਬਹੁਤ ਵੱਡੀ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਨੂੰ ਬਚਾਉਣ ਦੇ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ, ਸਾਡੇ ਆਖੇ ਨਹੀਂ ਲੱਗੇ, ਨਾ ਹੀ ਬਠਿੰਡਾ ਸ਼ਹਿਰ ਦੇ ਲੋਕ ਕੋਈ ਸਾਡੀ ਗੱਲ ਦੇ ਵਾਸਤੇ ਤੁਰੇ। ਅਸੀਂ 40 ਐਮਸੀਆਂ ਨੇ ਲਿਖ ਕੇ ਵੀ ਦਿੱਤਾ ਸੀਐਮ ਸਾਹਿਬ ਨੂੰ ਕਿ ਬਠਿੰਡਾ ਥਰਮਲ ਬੰਦ ਨਾ ਕੀਤਾ ਜਾਵੇ। 40 ਸਰਪੰਚਾਂ ਦਾ ਤੇ 40 ਐਮਸੀਆਂ ਦਾ ਮੇਰੇ ਕੋਲ ਲਿਖਿਆ ਪਿਆ ਹੈ, ਜਿਹੜੀਆਂ ਉਹਨਾਂ ਨੇ ਮਤਲਬ ਉਹਨਾਂ ਨੂੰ ਸਪੀਡ ਪੋਸਟ ਕੀਤੀ ਹੈ CMD ਨੂੰ ਕਿ ਵੀ ਇਹ ਬਠਿੰਡਾ ਥਰਮਲ ਨੂੰ ਬੰਦ ਨਾ ਕੀਤਾ ਜਾਵੇ। ਸਾਨੂੰ ਇਹਦੀ ਕੋਈ ਦਿੱਕਤ ਨਹੀਂ ਹੈ, ਕੋਈ ਸਾਨੂੰ ਪਰੇਸ਼ਾਨੀ ਨਹੀਂ ਹੈ, ਇਹ ਬਠਿੰਡੇ ਦੀ ਆਨ ਹੈ, ਸ਼ਾਨ ਹੈ, ਬਠਿੰਡੇ ਦੀ ਸੁੰਦਰਤਾ ਹੈ, ਤੇ ਇਹਨੂੰ ਬੰਦ ਨਾ ਕੀਤਾ ਜਾਵੇ। ਤੇ ਹੁਣ ਆਪਾਂ ਜਿਹੜਾ ਮੌਜੂਦੇ ਦੌਰ ਦੀ ਥੋੜ੍ਹੀ ਗੱਲ ਕਰਦੇ ਹਾਂ ਵੀ ਜਿਵੇਂ ਇੱਥੇ ਪਿੱਛੇ ਰੌਲਾ ਪਿਆ ਸੀਗਾ ਆਕਸੀਜਨ ਬਾਰੇ, ਥਰਮਲ ਪਲਾਂਟ ਨਾਲ ਜੁੜੀ ਗੱਲ ਸੀ, ਉਹਦੇ ਬਾਰੇ ਥੋੜ੍ਹਾ ਖੋਲ੍ਹ ਕੇ ਦੱਸੋ ਕੀ ਸੀ ਉਹ? ਉਹਦੇ ਬਾਰੇ ਇਹ ਸੀਗਾ ਜੀ ਵੀ ਜਿਹੜੇ ਕਾਰਪੋਰੇਟ ਘਰਾਣੇ ਆ, ਜਿਹੜੇ ਵਪਾਰੀ ਹੈ, ਤੇ ਜਿਹੜਾ ਸਾਡਾ ਸਿਸਟਮ ਹੈ, ਸਾਡੇ ਜਿਹੜੇ ਸਿਆਸੀ ਲੋਕ ਹੈ, ਇਹ ਐਡੇ ਬੇਸ਼ਰਮ ਹੋ ਗਏ ਕਿ ਮੈਂ ਕਹਿੰਦਾ ਵੀ ਜੇ ਘਰ ਦੇ ਵਿੱਚ ਕੱਟਾ ਮਰ ਜੇ, ਕੁੱਤਾ ਮਰ ਜੇ, ਤਾਂ ਵੀ ਆਪਾਂ ਨੂੰ ਅਫਸੋਸ ਹੁੰਦਾ ਹੈ। ਬੜੇ ਅਫਸੋਸ ਦੇ ਨਾਲ ਸਾਨੂੰ ਕਹਿਣਾ ਪੈ ਰਿਹਾ ਕਿ ਇੱਕ ਪਾਸੇ ਤਾਂ ਲੋਕ ਆ ਜਿਹੜੇ ਆਕਸੀਜਨ ਦੀ ਘਾਟ ਕਰਕੇ ਜਿਹੜੇ ਮਰੀਜ਼ ਹੈ ਕੋਵਿਡ ਦੇ ਉਹ ਮਰ ਰਹੇ ਸੀਗੇ ਤੇ ਲੋਕ ਦਰ ਭਟਕ ਰਹੇ ਸੀਗੇ ਸਾਨੂੰ ਆਕਸੀਜਨ ਮਿਲ ਜੇ, ਤੇ ਦੂਜੇ ਪਾਸੇ ਬਠਿੰਡਾ ਥਰਮਲ ਦੇ ਵਿੱਚ ਮਤਲਬ ਸੈਂਕੜੇ ਜਿਹੜੇ ਆਕਸੀਜਨ ਦੇ ਸਿਲੰਡਰ ਰੋਜ਼ ਫੂਕੇ ਜਾਂਦੇ ਸੀ ਇਹਨੂੰ ਜਿਹੜੀ ਇਹਦੀ ਘੱਟ ਵੱਢ ਕਰਨ ਦੇ ਵਾਸਤੇ। ਫਿਰ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅਸੀਂ ਰੌਲਾ ਪਾਇਆ, ਬਹੁਤ ਅਖਬਾਰਾਂ ਦੇ ਵਿੱਚ ਗਏ, ਮੁਜ਼ਾਹਰੇ ਕੀਤੇ, ਤੁਹਾਡੇ ਵਰਗੇ ਭਰਾਵਾਂ ਚੈਨਲਾਂ ਦੇ ਨਾਲ ਅਸੀਂ ਗੱਲ ਨੂੰ ਪੂਰਾ ਹਾਈਲਾਈਟ ਕੀਤਾ। ਤਾਂ ਫਿਰ ਜਾ ਕੇ ਕਿਤੇ ਜਿਹੜੀ ਹੈ ਉਹ ਇੱਥੇ ਜਿਹੜਾ ਉਹਨਾਂ ਨੂੰ ਸਰਕਾਰ ਨੂੰ ਹੁਕਮ ਦੇਣਾ ਪਿਆ ਸਾਰੀਆਂ ਇੰਡਸਟਰੀਆਂ ਦੇ ਵਿੱਚ ਵੀ ਕਿਤੇ ਵੀ ਜਿਹੜੀ ਇਹਦੀ ਵਰਤੋਂ ਨਹੀਂ ਕਰਨੀ ਆਕਸੀਜਨ ਗੈਸ ਦੀ। ਪਹਿਲਾਂ ਉਹ ਹਸਪਤਾਲਾਂ ਦੇ ਵਿੱਚ ਲੜਿੰਦੀ ਹੈ, ਤੇ ਸਾਡੇ ਸਿਵਲ ਹਸਪਤਾਲ ਵਾਲੇ ਜਿਹੜੇ ਹੈ ਕਰਮਚਾਰੀ ਉਹ ਐਂਬੂਲੈਂਸ ਵੀ ਲੈ ਕੇ ਆਏ, ਇੱਥੇ 4 ਸਿਲੰਡਰ ਵੀ ਲੈ ਕੇ ਗਏ। ਅਸੀਂ ਉਹਦੀਆਂ ਫੋਟੋ ਜਿਹੜੀਆਂ ਵਾਇਰਲ ਕੀਤੀਆਂ, ਅੰਦਰ ਕਟਿੰਗ ਜਿਹੜੀ ਹੋ ਰਹੀ ਸੀ ਆਕਸੀਜਨ ਦੇ ਨਾਲ, ਉਹਦੀਆਂ ਵੀ ਅਸੀਂ ਫੋਟੋ ਵਾਇਰਲ ਕੀਤੀਆਂ। ਮੇਰੇ ਖਿਆਲ ਦੇ ਅਨੁਸਾਰ ਸ਼ਾਇਦ ਮੈਂ ਇਹਦੇ ਵਿੱਚ ਗਲਤ ਨਾ ਹੋਵਾਂ,
ਕਿ ਜੇ ਹਜੇ ਵੀ ਜਿਹੜਾ ਇੱਥੇ ਜਿਹੜੀ ਛਾਣਬੀਣ ਕੀਤੀ ਜਾਵੇ ਤਾਂ ਥਰਮਲ ਪਲਾਂਟ ਬਠਿੰਡਾ ਦੇ ਅੰਦਰ ਮੈਨੂੰ ਲੱਗਦਾ ਹਜੇ ਵੀ 50-60 ਸਿਲੰਡਰ ਗੈਸ ਦੇ ਇੱਥੇ ਜਿਹੜੇ ਲਗੋ ਕੇ ਰੱਖੇ ਪਏ ਹੋਣਗੇ। ਇਹਨਾਂ ਦਾ ਇੱਕ ਬਹੁਤ ਵੱਡਾ ਟੈਂਕ ਬਣਿਆ ਹੋਇਆ, ਉਹਦੇ ਵਿੱਚ ਵੀ ਜਿਹੜੀ ਹੈ ਆਕਸੀਜਨ ਗੈਸ ਇੱਥੇ ਪਈ ਹੋਊਗੀ। ਜੇ ਸਰਕਾਰ ਸੁਣਦੀ ਹੋਵੇ, ਵਾਕਈ ਸਹਿਰਦ ਹੋਵੇ, ਇਮਾਨਦਾਰ ਹੋਵੇ, ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਸਾਡੀ ਜਿਹੜੀ ਹੈ ਜਥੇਬੰਦੀ ਦੀ ਜਿਹੜੀ ਹੈ ਟੀਮ ਨੂੰ 2-4 ਬੰਦਿਆਂ ਨੂੰ ਨਾਲ ਲੈ ਕੇ ਤੇ ਅਸੀਂ ਮਤਲਬ ਇਹਨਾਂ ਦੀ ਮਦਦ ਕਰ ਸਕਦੇ ਹਾਂ ਵੀ ਸ਼ਾਇਦ ਇੱਥੇ ਜਿਹੜੇ ਆ 50-60-70 ਹੋ ਸਕਦਾ ਵੀ ਸੈਂਕੜੇ ਸਿਲੰਡਰ ਜਿਹੜੇ ਇੱਥੇ ਅੰਦਰ ਲੁਕੋ ਕੇ ਰੱਖੇ ਪਏ ਹੋਣ ਤੇ ਜਿਹੜੀ ਆ ਉਹ ਹਸਪਤਾਲ ਦੇ ਵਿੱਚ ਜਿਹੜੀ ਆ ਵਰਤੋਂ ਵਿੱਚ ਲਿਆਦੇ ਜਾ ਸਕਦੇ। ਅਖੀਰਲਾ ਸਵਾਲ ਪ੍ਰਧਾਨ ਜੀ, ਜਿਵੇਂ ਹੁਣ ਥਰਮਲ ਤਾਂ ਬੰਦ ਕਰਤਾ ਜੀ, ਇਹ ਜ਼ਮੀਨ ਤੁਸੀਂ ਦੱਸਿਆ ਵੀ ਹੁਣ ਵੀ 1900 ਤੇ 2000 ਏਕੜ ਦੇ ਨੇੜੇ ਆ ਸਾਰੇ ਕਲੋਨੀ ਝੀਲਾਂ ਮਿਲਾ ਕੇ, ਹੁਣ ਕੋਰਟ 'ਚ ਕੇਸ ਤੁਹਾਡਾ ਪੈਂਡਿੰਗ ਹੈ, ਹੁਣ ਕੀ ਲੱਗਦਾ ਅਖੀਰ ਤੁਹਾਨੂੰ ਜ਼ਮੀਨ ਤੁਹਾਡੀ ਜਥੇਬੰਦੀ ਜਾਂ ਲੋਕ ਰਲ ਮਿਲ ਕੇ ਬਚਾ ਸਕਣਗੇ ਕਿ ਜਾਂ ਜਿਵੇਂ ਪਹਿਲਾਂ ਹੁੰਦਾ ਹੈ ਉਸ ਤਰ੍ਹਾਂ ਹੋਣਾ? ਦੇਖੋ ਜੀ, ਸਾਡੀ ਪੂਰੀ ਕੋਸ਼ਿਸ਼ ਹੈ ਕਿ ਮਤਲਬ ਇਸ ਜ਼ਮੀਨ ਨੂੰ ਜਿਹੜੀ ਹੈ ਵੀ ਕਾਰਪੋਰੇਟ ਘਰਾਣਿਆਂ ਨੂੰ ਲੀਜ਼ ਦੇ ਉੱਤੇ ਨਾ ਦਿੱਤਾ ਜਾਵੇ, ਤਾਂ ਇੱਥੇ ਜਿਹੜੀ ਹੈ ਪੰਜਾਬ ਸਰਕਾਰ ਕੋਈ ਆਪਣਾ ਸਰਕਾਰੀ ਜਿਹੜਾ ਪ੍ਰੋਜੈਕਟ ਇੱਥੇ ਉਹ ਲਗਾਵੇ ਤੇ ਉਹਦੇ ਵਾਸਤੇ ਅਸੀਂ ਜਿਹੜੇ ਹੈ ਲੋਕਾਂ ਨੂੰ ਮਤਲਬ ਜਿਹੜਾ ਦੱਸ ਰਹੇ ਹਾਂ, ਲਾਮਬੰਦ ਵੀ ਕਰ ਰਹੇ ਹਾਂ ਤੇ ਇਹਦੇ ਵਾਸਤੇ ਲੜਾਈ ਜਿਹੜੀ ਹੈ ਉਹ ਜਾਰੀ ਰਹੂਗੀ, ਉਹ ਲੀਗਲੀ ਵੀ ਰਹੂਗੀ ਤੇ ਸਾਡੇ ਧਰਨੇ ਰੈਲੀਆਂ ਮੁਜ਼ਾਹਰੇ ਉਹ ਵੀ ਚੱਲਦੇ ਰਹਿਣਗੇ, ਕਿਸਾਨਾਂ ਤੱਕ ਵੀ ਪਹੁੰਚ ਕਰਾਂਗੇ ਤੇ ਕਿਸਾਨ ਮਤਲਬ ਇਸ ਵਾਸਤੇ ਜਾਗਰੂਕ ਵੀ ਹੋਏ ਆ ਤੇ ਸਾਡਾ ਜਿਹੜਾ ਮਤਲਬ ਜਿਹੜੀ ਲੜਾਈ ਹੈ ਉਹ ਮਰਦੇ ਦਮ ਤੱਕ ਸਾਡੀ ਜਥੇਬੰਦੀ ਹੈ ਜਾਂ ਜਿਹੜੀਆਂ ਦੂਸਰੀਆਂ ਜਿਹੜੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਤੇ ਉਹਨਾਂ ਦੇ ਨਾਲ ਰਲ ਕੇ ਅਸੀਂ ਇਹਨੂੰ ਮਰਦੇ ਦਮ ਤੱਕ ਇਹ ਲੜਾਈ ਹੈ ਜਿਹੜੀ ਉਹ ਲੜਦੇ ਰਵਾਂਗੇ। ਇਸ ਜਿਹੜੀ ਹੈ ਲੜਾਈ ਨੂੰ ਅਸੀਂ ਠੰਡਾ ਨਹੀਂ ਪੈਣ ਦੇਵਾਂਗੇ। ਧੰਨਵਾਦ ਜੀ। ਸਾਡੇ ਨਾਲ ਗੱਲਬਾਤ ਕਰ ਰਹੇ ਸਨ ਗੁਰਸੇਵਕ ਸਿੰਘ ਸੰਧੂ ਸਾਹਿਬ, ਜੋ ਪਿਛਲੇ ਲੰਮੇ ਸਮੇਂ ਤੋਂ ਇਸ ਥਰਮਲ ਲਈ ਲੜਾਈ ਲੜ ਰਹੇ ਨੇ। ਖੁਦ ਵੀ ਉਹ ਇਸ ਮਹਿਕਮੇ 'ਚ ਅਫਸਰ ਨੇ ਤੇ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ, ਹੋਰ ਲੋਕਾਂ ਨੂੰ ਲੈ ਕੇ ਤੇ ਇਸ ਲਈ ਉਹ ਹਾਈ ਕੋਰਟ ਤੱਕ ਵੀ ਗਏ ਨੇ। ਤੇ ਤੁਸੀਂ ਦੇਖ ਇਹਨਾਂ ਦੀ ਗੱਲ ਤੋਂ ਤੁਸੀਂ ਸਮਝਿਆ ਹੋਣਾ ਵੀ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਹੈਗੀਆਂ ਲੋਕਾਂ ਦੀ ਸੇਵਾ ਤੇ ਲੋਕਾਂ ਲਈ ਕੰਮ ਦੇ ਢੰਡੋਰਾ ਪਿੱਟਦੀਆਂ, ਤੇ ਪਰ ਉਹ ਜਿਹੜੀ ਅਸਲੀਅਤ ਕੀ ਹੁੰਦੀ ਹੈ ਵੀ ਕਿਸ ਤਰ੍ਹਾਂ ਇੱਕ ਬਹੁਤ ਵੱਡਾ ਥਰਮ ਪਲਾਂਟ ਬੰਦ ਕਰ ਦਿੱਤਾ ਜਾਂਦਾ ਤੇ ਉਹਦੇ ਨਾਲ ਜਿਹੜੇ ਲੋਕ ਜੁੜੇ ਆ ਉਹ ਵੀ ਬੇਰੁਜ਼ਗਾਰ ਹੋ ਜਾਂਦੇ ਕਿੰਨੇ, ਤੇ ਇੱਕ ਜਿਹੜੀ ਕਰੋੜਾਂ ਦੀ ਜ਼ਮੀਨ ਆ ਕੌਡੀਆਂ ਦੇ ਭਾਅ ਚਲੀ ਜਾਂਦੀ ਹੈ। ਸਾਰਿਆਂ ਦਾ ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ।